दोस्तों मेरी आज इस वीडियो रिपोर्ट ਵਿੱਚ ਇੱਕ ਵਾਰ ਮੈਂ ਫੇਰ ਗੱਲਬਾਤ ਕਰਨੀ ਹੈ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੀ ਉਹੀ ਕੈਲੀਫੋਰਨੀਆ ਜੋ ਕਿ ਇਸ ਵਕਤ ਹੌਟ ਬੈਡ ਬਣ ਚੁੱਕਾ ਹੈ ਭਾਰਤ ਆਧਾਰਿਤ ਤੇ ਪੰਜਾਬ ਬੇਸਡ ਕ੍ਰਿਮੀਨਲਸ ਅਪਰਾਧੀ ਨੋਟੋਰੀਅਸ ਗੈਂਗਸਟਰਸ ਜੋ ਕਿ ਮੈਕਸੀਕੋ ਦੇ ਰਸਤੇ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੇ ਨੇ ਤੇ ਉੱਥੇ ਜਾ ਕੇ ਪੋਲੀਟੀਕਲ ਅਸਾਈਲਮ ਰਿਫਿਊਜੀ ਸਟੇਟਸ ਲਈ ਅਪਲਾਈ ਕਰ ਚੁੱਕੇ ਨੇ ਅਦਾਲਤਾਂ ਦੇ ਵਿੱਚ ਉਹਨਾਂ ਦੇ ਜਿਹੜੇ ਕੇਸ ਇਸ ਵਕਤ ਲੱਗੇ ਹੋਏ ਨੇ ਚੱਲਦੇ ਪਏ ਨੇ ਕੈਲੀਫੋਰਨੀਆ ਦਾ ਬੇ ਏਰੀਆ जिस दे वड्डे शहर इस वक्त प्रभावित ने सैक्रामेंटो, यूबा सिटी, सैन होजे, सैन हुआकिन, मैंटिका, इस तो इलावा कई होर वड्डे छोटे शहर जिथे कि इन्हां क्रिमिनल्स ने अपने अड्डे बना लए ने। आपां सोनू खत्री उत्ते रिपोर्ट्स बनाईयां, दलेर कोटिया दा जिक्र किया, लेकिन अज दी इस रिपोर्ट दे विच मैं गल करनी एक अजिही घटना जो कि बेशक ओडी वड्डी हिंसक झड़प नहीं सी, इस तो वड्डियां वड्डियां हिंसक झड़पां पहलां भी कैलीफोर्निया दे विच ਜਿਹੜੇ ਉੱਥੋਂ ਦੇ ਲੋਕਲ ਗੈਂਗਸਟਰਾਂ ਦੀਆਂ ਲੜਾਈਆਂ ਆਪਸ ਦੇ ਵਿੱਚ ਰਹੀਆਂ ਨੇ ਉਹ ਜਿਹੜਾ ਹਥਿਆਰਬੰਦ ਸੰਘਰਸ਼ ਚੱਲਦਾ ਰਿਹਾ ਹੈ 2018 ਤੋਂ ਲੈ ਕੇ 2023 ਤੱਕ ਜਿਹੜੀਆਂ ਝੜਪਾਂ ਰਹੀਆਂ ਨੇ ਉਹਨਾਂ ਉੱਤੇ ਮੈਂ ਦੋ ਅਲੱਗ-ਅਲੱਗ ਰਿਪੋਰਟਸ ਬਣਾਈਆਂ ਨੇ ਧਰਮਵੀਰ ਮਿੰਟਾ ਅਤੇ AK47 ਗੈਂਗ ਦੀਆਂ ਲੜਾਈਆਂ ਉੱਤੇ ਆਧਾਰਿਤ ਮੇਰੀਆਂ ਰਿਪੋਰਟ ਤੁਸੀਂ ਪਹਿਲਾਂ ਵੀ ਇਸ ਚੈਨਲ ਦੇ ਉੱਤੇ ਦੇਖੀਆਂ ਨੇ ਲੇਕਿਨ ਸੈਨ ਫ੍ਰਾਂਸਿਸਕੋ ਵਿਖੇ ਅੱਜ ਤੋਂ ਠੀਕ 9 ਜਾਂ 10 ਦਿਨ ਪਹਿਲਾਂ 28 ਤੇ 29 ਜਨਵਰੀ भारत की 29 ਤੇ ਅਮਰੀਕਾ ਦੀ 28 ਜਨਵਰੀ ਜਿਸ ਵਕਤ ਖਾਲਿਸਤਾਨ ਰੈਫਰੈਂਡਮ ਦੀ VOTING ਸੈਨ ਫ੍ਰਾਂਸਿਸਕੋ ਵਿਖੇ ਹੋ ਰਹੀ ਸੀ ਉਸ VOTING ਦੌਰਾਨ ਇੱਕ ਝੜਪ ਹੁੰਦੀ ਹੈ ਇਹ ਝੜਪ ਹਿੰਸਕ ਰੂਪ ਲੈ ਲੈਂਦੀ ਹੈ ਹਾਲਾਂਕਿ ਹਿੰਸਾ ਓਡੇ ਵੱਡੇ ਪੱਧਰ ਦੀ ਨਹੀਂ ਹੋਈ ਤਕਰੀਬਨ 1.5 ਤੋਂ 2 ਮਿੰਟ ਤੱਕ ਚਲੀ ਇਹ ਝੜਪ ਨੂੰ ਸਮੇਂ ਰਹਿੰਦਿਆਂ ਹੀ ਰੋਕ ਲਿਆ ਗਿਆ ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਨੂੰ ਵੀ ਸੱਦ ਲਿਆ ਗਿਆ ਇਹ ਝੜਪ ਹੋਰ ਵੀ ਖੂਨੀ ਰੂਪ ਅਖਤਿਆਰ ਕਰ ਸਕਦੀ ਸੀ लेकिन ਜਿਹੜੇ ਇਸ ਖਾਲਿਸਤਾਨ ਰੈਫਰੈਂਡਮ ਦੇ ਪ੍ਰਬੰਧਕ ਮੰਨੇ ਜਾ ਸਕਦੇ ਨੇ ਜਾਂ ਜਿਹੜੇ ਵੀ ਲੋਕ ਇਸ ਨੂੰ ਆਰਗੇਨਾਈਜ਼ ਕਰ ਰਹੇ ਸੀ ਉਹਨਾਂ ਨੇ ਸਥਿਤੀ ਨੂੰ ਕਾਬੂ ਦੇ ਵਿੱਚ ਕਰ ਲਿਆ ਲੇਕਿਨ ਇਹ ਜਿਹੜੀ ਝੜਪ ਜੋ ਕਿ ਦਿਸਣ ਦੇ ਵਿੱਚ ਬਹੁਤ ਛੋਟੀ ਝੜਪ ਨਜ਼ਰ ਆਈ ਜਾਂ ਸੀ ਉਸ ਝੜਪ ਦੇ ਵਿੱਚ ਮੇਰੇ ਲਈ ਫੋਕਸ ਦਾ ਕੇਂਦਰ ਸੀ ਦੋ ਅਜਿਹੇ ਕ੍ਰਿਮੀਨਲ ਗੈਂਗਸਟਰ ਜੋ ਕਿ ਭਾਰਤ ਲਈ ਭਾਰਤੀ ਜਾਂਚ ਏਜੰਸੀ ਲਈ NIA ਲਈ ਮੋਸਟ ਵਾਂਟਡ ਨੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਤੇ ਕੈਲੀਫੋਰਨੀਆ ਦੀ ਇਹਨਾਂ ਗੈਂਗ ਵਾਰਸ ਦੇ ਸੰਦਰਭ ਦੇ ਵਿੱਚ ਹੀ ਉਹਨਾਂ ਦੋਹਾਂ ਦਾ ਨਾਂ ਆਇਆ ਹੈ ਯਾਨੀ ਕਿ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਪੰਜਾਬ ਦੇ ਗੁਰਦਾਸਪੁਰ ਬਟਾਲੇ ਇਲਾਕੇ ਦੇ ਜੱਗੂ ਭਗਵਾਨਪੁਰੀਏ ਦੇ ਨਾਲ ਲਿੰਕਡ ਤੇ ਆਪਣਾ ਗੈਂਗ ਚਲਾਉਣ ਵਾਲੇ ਇਹ ਦੋ ਨੋਟੋਰੀਅਸ ਕ੍ਰਿਮੀਨਲ ਸੈਨ ਫ੍ਰਾਂਸਿਸਕੋ ਦੀ ਇਸ 28 ਤੇ 29 ਜਨਵਰੀ ਦੀ ਲੜਾਈ ਦੌਰਾਨ ਟਾਰਗੇਟ ਉੱਤੇ ਸਨ ਇੱਕ ਹੋਰ ਵਿਰੋਧੀ ਧੜਾ ਖੇਮਾ ਆਪਸ ਦੇ ਵਿੱਚ ਤਕਰੀਬਨ 1.5 ਤੋਂ 2 ਮਿੰਟ ਤੱਕ ਚੱਲੀਏ ਹੱਥੋਂ ਪਾਈ ਜਿਹੜੇ ਸਕਰੀਨ ਗ੍ਰੈਬਸ ਹੈਗੇ ਨੇ ਇਹਨਾਂ ਦੇ ਜ਼ਰੀਏ ਮੈਂ ਤੁਹਾਨੂੰ ਪਵਿੱਤਰ ਸਿੰਘ ਅਤੇ ਉਸ ਦੇ ਨਾਲ ਹੁਸਨਦੀਪ ਜਿਸਨੇ ਕਿ ਪਵਿੱਤਰ ਸਿੰਘ ਨੂੰ ਆਖਰੀ ਮੌਕੇ ਦੇ ਉੱਤੇ ਹਮਲਾਵਰਾਂ ਤੋਂ ਬਚਾ ਲਿਆ ਇਹ ਝੜਪ ਹੱਥੋਂ ਪਾਈ ਤੱਕ ਹੀ ਸੀਮਿਤ ਰਹੀ ਜ਼ਿਆਦਾ ਤੋਂ ਜ਼ਿਆਦਾ ਉਸ ਵਕਤ ਜਿਹੜੇ ਲੰਗਰ ਲਾਏ ਗਏ ਸਨ ਲੰਗਰ ਦੌਰਾਨ ਜਿਹੜੀਆਂ ਕੜਛੀਆਂ ਇਸਤੇਮਾਲ ਹੋ ਰਹੀਆਂ ਸਨ ਉਹਨਾਂ ਕੜਛੀਆਂ ਨੂੰ ਇੱਕ ਦੂਸਰੇ ਉੱਤੇ ਸਿੱਟਿਆ ਗਿਆ ਲੇਕਿਨ ਇਸ ਲੜਾਈ ਨੂੰ ਵਧਣ ਨਹੀਂ ਦਿੱਤਾ ਗਿਆ ਇਹ ਦੱਸਿਆ ਜਾਂਦਾ ਕਿ ਇਸ ਤੋਂ ਬਾਅਦ ਆਪਣੇ ਹਥਿਆਰ ਜੋ ਕਿ ਗੱਡੀਆਂ ਦੇ ਵਿੱਚ ਇਹਨਾਂ ਲੋਕਾਂ ਕੋਲ ਪਏ ਸਨ ਉਹਨਾਂ ਨੂੰ ਲੈਣ ਲਈ ਲੋਕ ਗਏ ਲੇਕਿਨ ਪ੍ਰਬੰਧਕਾਂ ਨੇ ਆਯੋਜਕਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਆਯੋਜਨ ਮੌਕੇ ਇਸ ਤਰੀਕੇ ਦੀ ਕੋਈ ਵੀ ਖੂਨੀ ਝੜਪ ਹੋਣ ਤੋਂ ਰੋਕ ਲਿਆ ਇਹਨਾਂ ਲੋਕਾਂ ਨੂੰ ਸਮਝਾ ਬੁਝਾ ਕੇ ਵਾਪਸ ਭੇਜਤਾ ਗਿਆ ਦੇਖਣ ਵਿੱਚ ਇਹ ਲੜਾਈ ਇੱਕ ਛੋਟੀ ਜਿਹੀ ਹਿੰਸਕ ਝੜਪ ਸੀ ਜੋ ਕਿ ਕੁਝ ਮਿੰਟ ਤੱਕ ਚੱਲੀ ਦੋ ਗੁੱਟਾਂ ਦੀ ਆਪਸੀ ਰੰਜਿਸ਼ ਦੇ ਚਲਦਿਆਂ ਆਪਸ ਦੇ ਵਿੱਚ ਨੌਜਵਾਨ ਹੱਥੋਂ ਪਾਈ ਹੋਏ ਗੱਲਬਾਤ ਉੱਥੇ ਸ਼ੁਰੂ ਹੋ ਕੇ ਉੱਥੇ ਹੀ ਮੁੱਕ ਗਈ ਲੇਕਿਨ ਭਵਿੱਖ ਦੇ ਵਿੱਚ ਇੱਕ ਵੱਡੇ ਸੰਘਰਸ਼ ਇੱਕ ਵੱਡੀ ਲੜਾਈ ਜੋ ਕਿ ਹਥਿਆਰਬੰਦ ਹੋ ਸਕਦੀ ਹੈ ਜਿਸ ਵਿੱਚ ਆਟੋਮੈਟਿਕ ਵੈਪਨਸ ਤੋਂ ਲੈ ਕੇ ਪਿਸਤੌਲਾਂ ਹੈਂਡਗਨਸ ਹਰ ਕਿਸਮ ਦੇ ਵੈਪਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਅਤ ਸੋਫਿਸਟੀਕੇਟਿਡ ਵੈਪਨਸ ਦਾ ਇਸਤੇਮਾਲ ਹੋਇਆ ਹੈ ਸੋ ਅੱਜ ਦੀ ਇਸ ਰਿਪੋਰਟ ਨੂੰ ਬੁੱਕਮਾਰਕ ਕਰਨਾ ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਇਸ ਵਕਤ ਜਿਹੜੇ ਜਾਣਕਾਰ ਹੈਗੇ ਨੇ ਇਸ ਇਲਾਕੇ ਦੀ ਇਸ ਗੈਂਗ ਵਾਰ ਜੋ ਕਿ ਟਰਫ AK47 ਅਤੇ ਮਿੰਟਾ ਗੈਂਗ ਖੈਰ ਧਰਮਵੀਰ ਮਿੰਟਾ ਹੁਣ ਸ਼ਾਇਦ ਉਹਦਾ ਐਕਟਿਵ ਨਹੀਂ ਰਿਹਾ ਆਪਾਂ ਪਹਿਲੀਆਂ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਨਵੰਬਰ 2018 ਤੋਂ ਸ਼ੁਰੂ ਹੋਇਆ ਸਿਲਸਿਲਾ 2023 ਮਾਰਚ ਤੱਕ ਤੇ ਉਸ ਤੋਂ ਬਾਅਦ ਵੀ ਕਈ ਝੜਪਾਂ ਦੀ ਸ਼ਕਲ ਦੇ ਵਿੱਚ ਰਿਹਾ ਜਿਨ੍ਹਾਂ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਸਟਾਕਟਨ ਦੇ ਗੁਰੂ ਘਰ ਦੇ ਬਾਹਰ ਜਿਹੜੀ ਅਗਸਤ 2022 ਦੌਰਾਨ ਫਾਇਰਿੰਗ ਹੁੰਦੀ ਹੈ ਉਸ ਫਾਇਰਿੰਗ ਦੇ ਵਿੱਚ ਵੀ ਗੋਲੀ ਪਵਿੱਤਰ ਨੂੰ ਲੱਗਦੀ ਹੈ ਉਸ ਫਾਇਰਿੰਗ ਦੇ ਵਿੱਚ ਮਿੰਟਾ ਜਿਹੜਾ ਗੈਂਗ ਹੁੰਦਾ ਹੈ ਉਸ ਦੇ ਧਰਮਵੀਰ ਮਿੰਟੇ ਨੂੰ ਕਈ ਗੋਲੀਆਂ ਲੱਗਦੀਆਂ ਨੇ ਉਸ ਦੀ ਜਿਹੜੀ ਕਿਡਨੀ ਤੱਕ ਖਰਾਬ ਹੋ ਜਾਂਦੀ ਹੈ ਇਸ ਤਰੀਕੇ ਦੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਝੜਪਾਂ ਹੋਈਆਂ ਵਾਰਦਾਤਾਂ ਰਹੀਆਂ ਜਿੱਥੇ ਕਿ ਇੱਕ ਦੂਸਰੇ ਗੈਂਗ ਨੂੰ ਨਿਸ਼ਾਨਾ ਬਣਾਇਆ ਗਿਆ ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਥੋੜਾ ਜਿਹਾ ਐਗਜ਼ਾਮਿਨ ਕਰਨਾ ਇਹ ਜ਼ਰੂਰ ਚਾਹਾਂਗਾ ਕਿ ਜਿਹੜੇ ਭਾਰਤ ਬੇਸਡ ਗੈਂਗਸਟਰ ਤੇ ਕ੍ਰਿਮੀਨਲ
ਖਾਸ ਕਰਕੇ ਪਵਿੱਤਰ ਤੇ ਹੁਸਨਦੀਪ ਪਹੁੰਚ ਚੁੱਕੇ ਨੇ ਕੈਲੀਫੋਰਨੀਆ। ਉੱਥੇ ਨਾ ਸਿਰਫ ਇੱਕ ਰੈਫਰੈਂਡਮ ਦੌਰਾਨ ਉਹ ਨਜ਼ਰ ਆਏ, ਬਲਕਿ ਸਟਾਕਟਨ ਦਾ ਇੱਕ ਬਹੁਤ ਹੀ ਪ੍ਰਸਿੱਧ ਜਿਹੜਾ ਗੁਰਦੁਆਰਾ ਹੈ, ਗਦਰੀ ਬਾਬਿਆਂ ਦਾ ਗੁਰਦੁਆਰਾ ਜਿਸ ਨੂੰ ਕਿਹਾ ਜਾਂਦਾ ਹੈ, ਉਸ ਗੁਰਦੁਆਰੇ ਦੀ ਮੈਨੇਜਮੈਂਟ ਦੇ ਵਿੱਚ ਵੀ ਪਵਿੱਤਰ ਸਿੰਘ ਦੀ ਇੰਟਰਫੇਰੈਂਸ, ਉਸ ਦਾ ਜਿਹੜਾ ਦਖਲ ਪਿਛਲੇ ਕਈ ਸਾਲਾਂ ਤੋਂ ਹੈ, ਜੋ ਕਿ ਰੜਕ ਵੀ ਰਿਹਾ ਹੈ ਉੱਥੋਂ ਦੇ ਕਈ ਸਥਾਨਕ ਲੋਕਾਂ ਨੂੰ। ਤੇ ਕਿਤੇ ਨਾ ਕਿਤੇ ਇਹ ਕਾਰਨ ਵੀ ਬਣਦਾ ਹੈ, ਸਬਬ ਵੀ ਬਣਦਾ ਹੈ ਕਿ ਬਾਰ-ਬਾਰ ਇਹੀ ਪਵਿੱਤਰ ਸਿੰਘ, ਜੋ ਕਿ ਭਾਰਤ ਦਾ ਮੋਸਟ ਵਾਂਟਡ ਕ੍ਰਿਮੀਨਲ ਹੈ, ਇੱਕ ਵਾਂਟਡ ਅਪਰਾਧੀ ਹੈ, ਉਸ ਨੂੰ ਟਾਰਗੇਟ ਤੇ ਲਿਆ ਜਾਂਦਾ ਹੈ। ਹੁਣ ਇੱਥੇ ਇਹ ਸਮਝਣਾ ਬਹੁਤ ਹੀ ਜ਼ਰੂਰੀ ਹੈ ਕਿ ਕੈਲੀਫੋਰਨੀਆ ਦੇ ਜਿਹੜੇ ਲੋਕਲ ਗੈਂਗ AK-47 ਅਤੇ ਮਿੰਟਾ ਗੈਂਗ ਰਹੇ ਨੇ, ਮਿੰਟਾ ਹੁਣ ਥੋੜਾ ਜਿਹਾ ਘੱਟ ਐਕਟਿਵ ਹੈ, ਇੱਕ ਡੋਰਮੈਂਟ ਮੋਡ ਦੇ ਵਿੱਚ ਉਹ ਪਹੁੰਚ ਚੁੱਕਾ ਹੈ, ਜ਼ਿਆਦਾ ਇਸ ਵਕਤ ਐਕਟਿਵ ਉਹ ਨਹੀਂ ਰਿਹਾ ਹੈ, ਲੇਕਿਨ ਆਪਸ ਦੇ ਵਿੱਚ ਅਜੇ ਵੀ ਧੜੇਬਾਜ਼ੀ ਕਾਇਮ ਹੈ। ਇੱਕ ਦੂਸਰੇ ਗੁੱਟ ਦੇ ਮੈਂਬਰਾਂ ਨੂੰ ਦੇਖ ਕੇ ਅਜੇ ਵੀ ਝਗੜਾ ਕਰਨ ਦਾ ਜਿਹੜਾ ਰਿਵਾਜ ਪੁਰਾਣਾ ਸ਼ੁਰੂ ਹੋਇਆ ਹੈ ਉਹ ਕਾਇਮ ਹੈ। ਤੇ ਇਸ ਦਾ ਸਭ ਤੋਂ ਵੱਡਾ ਨਮੂਨਾ ਸੈਨ ਫਰਾਂਸਿਸਕੋ ਵਿਖੇ ਹੀ ਦਿਸਿਆ। ਜਿਹੜਾ ਗੁੱਟ ਹਾਵੀ ਹੋਇਆ, ਜਿਸ ਨੇ ਕਿ ਪਵਿੱਤਰ ਸਿੰਘ ਅਤੇ ਹੁਸਨਦੀਪ ਤੇ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਸਨ ਉਹਨਾਂ ਤੇ ਹਮਲਾ ਕੀਤਾ, ਉਹਨਾਂ ਦੀ ਪਛਾਣ ਦੇ ਬਾਰੇ ਕੋਈ ਜ਼ਿਆਦਾ ਗੱਲਾਂ ਬਾਤਾਂ ਨਹੀਂ ਹੈਗੀਆਂ ਨੇ, ਲੇਕਿਨ ਪੋਸੀਬਲੀ ਇਹ ਲੋਕ ਧਰਮਵੀਰ ਮਿੰਟੇ ਦੇ ਨਾਲ ਹੀ ਜੁੜੇ ਹੋ ਸਕਦੇ ਨੇ, ਜਾਂ ਕੁਝ ਅਜਿਹੇ ਲੋਕ ਜੋ ਕਿ ਟਾਰਗੇਟ ਕਰਨਾ ਚਾਹੁੰਦੇ ਸੀ, ਨਿਸ਼ਾਨਾ ਬਣਾਉਣਾ ਚਾਹੁੰਦੇ ਸੀ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਦੋਹਾਂ ਕ੍ਰਿਮੀਨਲਸ ਯਾਨੀ ਕਿ ਪਵਿੱਤਰ ਸਿੰਘ ਅਤੇ ਹੁਸਨਦੀਪ ਦੀ ਹਿਸਟਰੀ ਸ਼ੀਟ, ਇਹਨਾਂ ਦਾ ਅਪਰਾਧ ਜਗਤ ਦਾ ਕੀ ਰਿਕਾਰਡ ਪੰਜਾਬ ਦੇ ਵਿੱਚ ਹੈ, ਤਾਂ ਦੱਸ ਦਈਏ ਕਿ ਗੁਰਦਾਸਪੁਰ, ਪਠਾਨਕੋਟ, ਬਟਾਲੇ ਇਲਾਕੇ ਦੇ ਵਿੱਚ ਇਹ ਲੋਕ ਅਪਰਾਧਿਕ ਵਾਰਦਾਤਾਂ ਕਰਦੇ ਰਹੇ ਨੇ। ਪਵਿੱਤਰ ਜ਼ਿਆਦਾ ਨੋਟੋਰੀਅਸ ਕ੍ਰਿਮੀਨਲ ਮੰਨਿਆ ਗਿਆ ਹੈ, ਜਿਸ ਦੇ ਨਾਲ ਕਈ ਅਜਿਹੀਆਂ ਵਾਰਦਾਤਾਂ ਜੁੜੀਆਂ ਰਹੀਆਂ ਨੇ। ਜੱਗੂ ਭਗਵਾਨਪੁਰੀਏ ਦੇ ਨਾਲ ਅਲਾਈਨਮੈਂਟ ਕਰਕੇ ਤੁਰਿਆ ਹੈ, ਸੁਖ ਪਿਕਾਰੀਵਾਲ ਦੇ ਨਾਲ ਵੀ ਇਸ ਦੇ ਸੰਪਰਕ ਦੱਸੇ ਜਾਂਦੇ ਨੇ। ਹੁਸਨਦੀਪ ਜੱਗੂ ਭਗਵਾਨਪੁਰੀਏ ਦੇ ਹੀ ਗੈਂਗ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਸੋ ਇਹ ਦੋਹੇ ਅਮਰੀਕਾ ਦੇ ਵਿੱਚ ਪਹੁੰਚਦੇ ਨੇ। ਉੱਥੇ ਇਹਨਾਂ ਦਾ ਕੀ ਸਟੇਟਸ ਹੈ ਇਸ ਬਾਰੇ ਵੀ ਕੋਈ ਪੱਕੀ ਜਾਣਕਾਰੀ ਨਹੀਂ ਹੈ, ਲੇਕਿਨ ਸਟਾਕਟਨ ਦੇ ਗੁਰਦੁਆਰੇ ਦੇ ਵਿੱਚ ਪਵਿੱਤਰ ਸਿੰਘ ਦਾ ਇੱਕ ਬਹੁਤ ਹੀ ਵੱਡਾ ਰੋਲ ਹੈ। ਇਹ ਦੱਸ ਦਈਏ ਕਿ ਸਟਾਕਟਨ ਦਾ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸਿੱਧ ਗੁਰਦੁਆਰਾ, ਜੋ ਕਿ ਗਦਰੀ ਬਾਬਿਆਂ ਦਾ ਗੁਰਦੁਆਰਾ ਹੈ, ਉੱਥੋਂ ਦੇ ਪ੍ਰਬੰਧਕ ਜਿਹੜੇ ਹੈਗੇ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਮੇਜਰ ਸਿੰਘ ਤੇ ਦਲਜੀਤ ਸਿੰਘ ਦੇ ਨਾਂ ਆਉਂਦੇ ਨੇ, ਉਹਨਾਂ ਪ੍ਰਬੰਧਕਾਂ ਦੇ ਪਵਿੱਤਰ ਸਿੰਘ ਕਾਫੀ ਨੇੜੇ ਮੰਨਿਆ ਜਾਂਦਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਖਾਲਿਸਤਾਨ ਦਾ ਝੰਡਾ ਚਲਾਇਆ ਗਿਆ, ਉਸ ਖਾਲਿਸਤਾਨ ਦੇ ਝੰਡੇ ਨੂੰ ਚਲਾਉਣ ਪਿੱਛੇ ਵੀ ਪਵਿੱਤਰ ਸਿੰਘ ਦਾ ਬੜਾ ਵੱਡਾ ਰੋਲ ਮੰਨਿਆ ਜਾਂਦਾ ਹੈ। ਸਟਾਕਟਨ ਦੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਉੱਤੇ ਕਾਬਜ਼ ਕੁਝ ਪ੍ਰਭਾਵਸ਼ਾਲੀ ਲੋਕ ਤੇ ਇੱਕ ਪ੍ਰਭਾਵਸ਼ਾਲੀ ਧੜਾ, ਜਿਸ ਦੇ ਵਿੱਚ ਮਾਝੇ ਦੇ ਇੱਕ ਮਜ਼ਬੂਤ ਧੜੇ ਨੂੰ ਲੀਡ ਕਰਦਾ ਰਿਹਾ ਪਵਿੱਤਰ ਸਿੰਘ। ਤੇ ਇਹੀ ਕਾਰਨ ਸੀ ਕਿ ਪਵਿੱਤਰ ਸਿੰਘ, ਜੋ ਕਿ ਖੁਦ ਸ਼ਾਇਦ ਅਸਾਈਲਮ ਜਾਂ ਫਿਰ ਇੱਕ ਰਿਫਿਊਜੀ ਦੇ ਰੂਪ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੋਇਆ ਹੋ ਸਕਦਾ, ਅੱਜ ਦਾ ਉਹਨਾਂ ਦਾ ਸਟੇਟਸ ਕਲੀਅਰ ਨਹੀਂ ਹੈ, ਲੇਕਿਨ ਉਸ ਦਾ ਕਾਫੀ ਜ਼ਿਆਦਾ ਹੋਲਡ ਇਸ ਗੁਰਦੁਆਰੇ ਦੀ ਫੰਕਸ਼ਨਿੰਗ ਦੇ ਵਿੱਚ ਰਿਹਾ ਹੈ। ਇਹਨਾਂ ਦੇ ਜ਼ੋਰ ਤੇ ਪ੍ਰਭਾਵ ਦੇ ਚੱਲਦਿਆਂ ਹੀ ਖਾਲਿਸਤਾਨ ਦਾ ਜਿਹੜਾ ਝੰਡਾ ਸੀ ਇਸ ਗੁਰਦੁਆਰੇ ਦੇ ਪਰਿਸਰ ਦੇ ਵਿੱਚ ਲੱਗ ਪਾਇਆ। ਸੋ ਇਸ ਕਿਸਮ ਦੀਆਂ ਜਾਣਕਾਰੀਆਂ ਰਹੀਆਂ ਨੇ, ਲੇਕਿਨ ਪੈਰਲਲੀ ਉਹ ਜਿਹੜੀ AK-47 ਤੇ ਮਿੰਟੇ ਦੋ ਗਰੁੱਪਾਂ ਦੇ ਵਿੱਚ ਝਗੜਾ ਚੱਲਦਾ ਪਿਆ ਸੀ, ਜੋ ਕਿ ਤਲਵਾਰਾਂ ਤੋਂ ਸ਼ੁਰੂ ਹੁੰਦਾ ਹੈ। ਹੁਣ 2018 ਦੇ ਵਿੱਚ ਯੂਬਾ ਸਿਟੀ ਦੇ ਨਗਰ ਕੀਰਤਨ ਮੌਕੇ ਆਪਸ ਦੇ ਵਿੱਚ ਦੋ ਗੁੱਟਾਂ ਦੀ ਝੜਪ ਹੁੰਦੀ ਹੈ। ਇਹ ਝੜਪ ਐਡੀ ਕੁ ਹਿੰਸਕ ਹੋ ਗਈ ਕਿ ਤਲਵਾਰਾਂ ਚੱਲ ਪਈਆਂ, ਕੁਝ ਤਲਵਾਰਾਂ ਇਸ ਝਗੜੇ ਦੇ ਵਿੱਚ ਟੁੱਟ ਵੀ ਗਈਆਂ। ਇਸ ਤੋਂ ਬਾਅਦ 2018 ਤੋਂ ਲੈ ਕੇ 2023 ਦੌਰਾਨ ਕਈ ਵੱਡੀਆਂ ਘਟਨਾਵਾਂ, ਕਈ ਵੱਡੀਆਂ ਵਾਰਦਾਤਾਂ ਹੋਈਆਂ ਤੇ ਖਾਸ ਕਰਕੇ ਯੂਬਾ ਸਿਟੀ, ਸੈਕਰਾਮੈਂਟੋ ਦੇ ਜਿਹੜੇ ਨਗਰ ਕੀਰਤਨ ਰਹੇ, ਅਜਿਹੇ ਧਾਰਮਿਕ ਆਯੋਜਨਾਂ ਮੌਕੇ AK-47 ਅਤੇ ਮਿੰਟੇ ਗੈਂਗ ਆਪਸ ਦੇ ਵਿੱਚ ਭਿੜੇ। ਇਹਨਾਂ ਲੋਕਾਂ ਨੇ ਪਬਲਿਕ ਸੇਫਟੀ ਦੀ ਪਰਵਾਹ ਨਹੀਂ ਕੀਤੀ, ਧਾਰਮਿਕ ਸਮਾਗਮਾਂ ਦੀ ਪਰਵਾਹ ਨਹੀਂ ਕੀਤੀ, ਲੇਕਿਨ ਸਮੇਂ ਬਣ ਲੈ ਗਏ ਇੱਕ ਦੂਸਰੇ ਗੁੱਟ ਦੇ ਗੈਂਗ ਦੇ ਮੈਂਬਰਾਂ ਨੂੰ ਵੇਖ ਕੇ ਹੀ ਉਹਨਾਂ ਦੇ ਉੱਤੇ ਫਾਇਰਿੰਗ ਵਗੈਰਾ ਕਰਨ ਦੇ ਸਿਲਸਿਲੇ ਚੱਲਦੇ ਰਹੇ। ਹੁਣ ਉਹੀ ਗੁਰਦੁਆਰਾ ਸਟਾਕਟਨ, ਜਿੱਥੇ ਕਿ ਪਵਿੱਤਰ ਸਿੰਘ ਦਾ ਥੋੜਾ ਜ਼ਿਆਦਾ ਜ਼ੋਰ ਹੈ, ਉਸੇ ਗੁਰਦੁਆਰੇ ਦੇ ਬਾਹਰ ਅਗਸਤ 2022 ਦੌਰਾਨ ਇੱਕ ਬੜੀ ਵੱਡੀ ਘਟਨਾ ਘਟੀ। ਅੰਦਰ ਇੱਕ ਸਪੋਰਟਸ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ ਚੱਲਦਾ ਪਿਆ ਸੀ। ਇਸ ਗੁਰਦੁਆਰੇ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਇਸੇ ਖੇਮੇ ਦਾ ਹੈ ਜਿਸ ਵਿੱਚ ਪਵਿੱਤਰ ਸਿੰਘ ਪਾਵਰਫੁਲ ਸੀ, ਲੇਕਿਨ ਦੂਸਰੇ ਪਾਸੇ ਮਿੰਟਾ ਜਿਹੜਾ ਗੈਂਗ, ਜੋ ਕਿ AK-47 ਗੈਂਗ ਤੋਂ ਵੱਖ ਹੋਇਆ, ਇਹ ਮੰਨਿਆ ਜਾਂਦਾ ਕਿ ਪਵਿੱਤਰ ਸਿੰਘ, ਹੁਸਨਦੀਪ, ਇਹ ਲੋਕ AK-47 ਗੈਂਗ ਦੇ ਨਾਲ ਰਹੇ। ਇੱਕ ਸਹਿਜਪ੍ਰੀਤ ਨਾਂ ਦੇ ਵਿਅਕਤੀ ਦਾ, ਜੋ ਕਿ ਮਿੰਟੇ ਦਾ ਹੀ ਇੱਕ ਰਿਸ਼ਤੇਦਾਰ ਵੀ ਹੈ, ਉਸ ਦਾ ਵੀ ਜ਼ਿਕਰ ਆਂਦਾ ਹੈ। ਸੋ ਆਪਸ ਦੇ ਵਿੱਚ ਕੋਈ ਇਹਨਾਂ ਦੀ ਵਿਅਕਤੀਗਤ ਰੰਜਿਸ਼ ਸੀ, ਜਿਹਦੇ ਚੱਲਦੇ ਇੱਕ ਦੂਸਰੇ ਦੇ ਨਾਲ ਇਹਨਾਂ ਨੇ ਮੁਲਾਕਾਤ ਤੈਅ ਕੀਤੀ। ਇਹ ਕੋਈ ਸਮਾਂ ਨਹੀਂ ਬੰਨਿਆ ਗਿਆ ਸੀ, ਕਿਸੇ ਨੂੰ ਵੰਗਾਰਿਆ ਨਹੀਂ ਗਿਆ ਸੀ, ਬਲਕਿ ਇੱਕ ਸਾਧਾਰਨ ਜਿਹੀ ਮੁਲਾਕਾਤ ਹੋਣੀ ਸੀ। ਲੇਕਿਨ ਅਗਸਤ 2022 ਦੌਰਾਨ ਸਟਾਕਟਨ ਦੇ ਗੁਰਦੁਆਰੇ ਦੇ ਅੰਦਰ ਹੋ ਰਹੇ ਸਮਾਗਮ ਦੌਰਾਨ ਜਦੋਂ ਆਟੋਮੈਟਿਕ ਗਨ ਫਾਇਰ ਯਾਨੀ ਕਿ ਮਸ਼ੀਨ ਗਨਾਂ ਦੇ ਨਾਲ ਗੋਲੀਆਂ ਚੱਲਦੀਆਂ ਸਭ ਨੇ ਸੁਣੀਆਂ, ਦੇਖੀਆਂ, ਉਸ ਤੋਂ ਬਾਅਦ ਇੱਕ ਸਹਿਮ ਦਾ ਮਾਹੌਲ ਗੁਰਦੁਆਰੇ ਦੇ ਵਿੱਚ ਆ ਗਿਆ। ਬਾਹਰ ਕੀ ਹੋ ਰਿਹਾ ਸੀ? ਇੱਕ ਪਾਸੇ ਪਵਿੱਤਰ ਅਤੇ ਉਸ ਦੇ ਗਰੁੱਪ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ
ਤੇ ਕਈ ਗੋਲੀਆਂ ਧਰਮਵੀਰ ਮਿੰਟੇ ਨੂੰ ਲੱਗੀਆਂ। ਲੇਕਿਨ ਦੂਸਰੇ ਪਾਸੇ ਧਰਮਵੀਰ ਮਿੰਟੇ ਨੇ ਵੀ ਆਪਣੇ ਐਸਯੂਵੀ ਆਪਣੇ ਪਿਕਅਪ ਦੇ ਵਿੱਚੋਂ ਇੱਕ ਮਸ਼ੀਨ ਗਨ ਕੱਢ ਲਈ, ਜਿਸ ਤੋਂ ਬਾਅਦ ਗੋਲੀਆਂ ਚੱਲੀਆਂ। ਇਹ ਦੱਸਿਆ ਜਾਂਦਾ ਹੈ ਕਿ ਇੱਕ ਗੋਲੀ ਪਵਿੱਤਰ ਨੂੰ ਉਸ ਵਕਤ ਲੱਗੀ ਸੀ। ਸੋ ਆਪਸ ਦੇ ਵਿੱਚ ਝੜਪ ਹੋਈ। ਇਸ ਝੜਪ ਦੌਰਾਨ ਮੌਤ ਤਾਂ ਕਿਸੇ ਦੀ ਨਹੀਂ ਹੋਈ, ਲੇਕਿਨ ਕਈ ਲੋਕ ਫੱਟੜ ਹੋਏ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਵੀ ਰਜਿਸਟਰ ਕੀਤੇ, ਇਹਨਾਂ ਦੀ ਗ੍ਰਿਫਤਾਰੀ ਵੀ ਹੋਈ। ਲੇਕਿਨ ਬਾਅਦ ਦੇ ਵਿੱਚ ਬਹੁਤ ਹੀ ਘੱਟ ਸਮੇਂ ਤੋਂ ਬਾਅਦ ਇਹ ਦੋਹੇ ਬਾਹਰ ਆ ਗਏ। ਅਗਲੀ ਜਿਹੜੀ ਵੱਡੀ ਝੜਪ ਹੁੰਦੀ ਹੈ ਉਹ ਸੈਕਰਾਮੈਂਟੋ ਵਿਖੇ ਨਗਰ ਕੀਰਤਨ ਮੌਕੇ ਹੁੰਦੀ ਹੈ। ਮਾਰਚ 2023, ਤੁਹਾਨੂੰ ਯਾਦ ਹੋਏਗਾ, ਨਗਰ ਕੀਰਤਨ, ਪਵਿੱਤਰ ਨਗਰ ਕੀਰਤਨ ਮੌਕੇ ਇਹ ਦੋਹੇ ਗੁੱਟ ਆਮੋ ਸਾਹਮਣੇ ਤਿਆਰ ਸੀ। ਗੱਡੀਆਂ ਦੇ ਵਿੱਚ ਵੈਪਨ, ਅਸਲਾ, ਮਸ਼ੀਨ ਗਨਾਂ ਭਰ ਕੇ ਲੋਕ ਪਹੁੰਚੇ ਹੋਏ ਸਨ। ਲੇਕਿਨ ਸਟਰ ਕਾਉਂਟੀ ਦੀ ਜਿਹੜੀ ਪੁਲਿਸ ਸੀ ਇਸ ਵਕਤ ਤਿਆਰ ਬਰ ਤਿਆਰ ਸੀ। ਸੋ ਮਾਰਚ 2023 ਦੌਰਾਨ ਉਹ ਜਿਹੜੀ ਇੱਕ ਬਹੁਤ ਹੀ ਵੱਡੀ ਤੇ ਹਿੰਸਕ ਝੜਪ ਹੋਣੀ ਸੀ, ਜਿਸ ਦੌਰਾਨ ਨਾ ਜਾਣੇ ਹੋਰ ਕਿੰਨੇ ਲੋਕਾਂ ਦਾ ਇਸ ਨਗਰ ਕੀਰਤਨ ਮੌਕੇ ਨੁਕਸਾਨ ਪੋਸੀਬਲ ਸੀ, ਉਸ ਨੂੰ ਸਮੇਂ ਰਹਿੰਦਿਆਂ ਰੋਕ ਲਿਆ ਗਿਆ। ਇੱਕ ਬੜਾ ਵੱਡਾ ਆਪਰੇਸ਼ਨ ਲਾਂਚ ਕੀਤਾ ਗਿਆ। ਸਟਰ ਕਾਉਂਟੀ ਨੇ ਅਪ੍ਰੈਲ 2023 ਦੇ ਵਿੱਚ ਵੇਰਵੇ ਸਾਂਝੇ ਕੀਤੇ। ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਨੇ ਦੱਸਿਆ ਕਿ ਕਿਵੇਂ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਥਿਆਰਬੰਦ ਵਿਅਕਤੀ ਸਨ। ਉਸ ਸੈਕਰਾਮੈਂਟੋ ਦੇ ਨਗਰ ਕੀਰਤਨ ਤੋਂ ਪਹਿਲਾਂ ਵੀ ਉਹ ਲੋਕਾਂ ਦੀ ਗ੍ਰਿਫਤਾਰੀਆਂ ਹੋਈਆਂ, ਲੇਕਿਨ ਇਸ ਦੇ ਬਾਵਜੂਦ ਵੀ ਗੁਰਦੁਆਰੇ ਦੇ ਕੰਪਾਊਂਡ ਦੇ ਵਿੱਚ ਗੋਲੀਆਂ ਚੱਲੀਆਂ। 2 ਲੋਕ ਫੱਟੜ ਹੋਏ। ਨਗਰ ਕੀਰਤਨ ਦੇ ਮੌਕੇ ਸੈਕਰਾਮੈਂਟੋ ਵਿਖੇ ਹੋਈ ਇਸ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਵੀ ਲੱਗੀਆਂ, ਜੋ ਕਿ ਇਹਨਾਂ ਦੇ ਹੀ ਕਿਸੇ ਗੁੱਟ ਦਾ ਮੈਂਬਰ ਸੀ, ਜੋ ਕਿ ਕਈ ਮਹੀਨੇ ਜ਼ਿੰਦਗੀ ਅਤੇ ਮੌਤ ਦੇ ਵਿੱਚ ਸੰਘਰਸ਼ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਮਰ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ। ਸੋ ਇਸ ਤਰੀਕੇ ਦਾ ਖੂਨੀ ਸੰਘਰਸ਼ ਜੋ ਕਿ 2018 ਯੂਬਾ ਸਿਟੀ ਦੇ ਨਗਰ ਕੀਰਤਨ ਤੋਂ ਸ਼ੁਰੂ ਹੋਇਆ ਤੇ 2023 ਮਾਰਚ ਦੇ ਸੈਕਰਾਮੈਂਟੋ ਦੇ ਨਗਰ ਕੀਰਤਨ ਤੱਕ ਪਹੁੰਚਦਿਆਂ ਉਹਨਾਂ ਤਲਵਾਰਾਂ, ਕਿਰਪਾਨਾਂ ਦੀ ਥਾਂ ਲੈ ਚੁੱਕੇ ਸੀ ਆਟੋਮੈਟਿਕ ਵੈਪਨ, ਮਸ਼ੀਨ ਗਨਾਂ। ਚੰਗੀ ਗੱਲ ਇਹ ਹੋਈ ਕਿ ਧਰਮਵੀਰ ਮਿੰਟੇ ਨੂੰ ਗੋਲੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਗਤੀਵਿਧੀਆਂ ਪਿਛਲੇ ਕੁਝ ਮਹੀਨਿਆਂ ਦੌਰਾਨ ਘਟ ਗਈਆਂ ਨੇ। ਉਹ ਇਸ ਗੈਂਗ ਵਾਰ ਦਾ ਹਿੱਸਾ ਉਸ ਤਰੀਕੇ ਦੇ ਨਾਲ ਨਹੀਂ ਰਿਹਾ। ਲੇਕਿਨ ਸੈਨ ਫ੍ਰਾਂਸਿਸਕੋ ਦੀ ਜਿਹੜੀ 28 ਤੇ 29 ਜਨਵਰੀ ਦੀ ਇਹ ਘਟਨਾ ਹੈ, ਉਸ ਨੇ ਇੱਕ ਵਾਰ ਫੇਰ ਤੋਂ ਉਸ ਚੰਗਿਆੜੀ ਨੂੰ ਸੁਲਗਾ ਦਿੱਤਾ ਹੈ। ਇਸ ਖਾਲਿਸਤਾਨ ਰੈਫਰੈਂਡਮ ਦੌਰਾਨ ਇਹ ਝੜਪ ਜਿਹੜੀ ਹੋਈ, ਇਹ ਲੋਕ ਕਿਸੇ ਗੈਂਗ ਦੇ ਨਾਲ ਜੁੜੇ ਹੋਏ ਸਨ, ਮਿੰਟੇ ਦੇ ਨਾਲ ਜੁੜੇ ਹੋਏ ਸਨ, ਨਹੀਂ ਜੁੜੇ ਹੋਏ ਸਨ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਲੇਕਿਨ ਇਹ ਚੀਜ਼ ਕਲੀਅਰ ਹੈ ਕਿ ਜਿਹੜੇ ਵੀ ਇਹ ਲੋਕ ਸਨ, ਉਹ ਲੋਕ ਆਪਣੇ ਚਿਹਰੇ ਕਵਰ ਕਰਕੇ ਆਏ, ਉਹਨਾਂ ਤੋਂ ਬਹੁਤਾਤ ਚਿਹਰੇ ਕਵਰ ਕਰਕੇ ਆਏ ਸਨ, ਯਾਨੀ ਕਿ ਇਸ ਤਰੀਕੇ ਦੇ ਸਮਾਗਮਾਂ ਦੌਰਾਨ ਲੜਾਈ ਕਰਨ ਲਈ ਤਿਆਰ ਬਰ ਤਿਆਰ ਹੋ ਕੇ ਆਏ ਸਨ। ਚੰਗੀ ਗੱਲ ਇਹ ਰਹੀ, ਜਿਸ ਦਾ ਸਭ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਇਸ ਮੌਕੇ ਤੇ ਗੋਲੀਬਾਰੀ ਨਹੀਂ ਹੋਈ, ਹਿੰਸਕ ਝੜਪ ਨਹੀਂ ਹੋਈ। ਇਹਨਾਂ ਲੋਕਾਂ ਕੋਲ ਵੈਪਨ ਸਨ, ਇਹਨਾਂ ਦੀ ਗੱਡੀਆਂ ਹਥਿਆਰਾਂ ਦੇ ਨਾਲ ਉਵੇਂ ਹੀ ਭਰੀਆਂ ਹੋਈਆਂ ਸਨ। ਆਪਾਂ ਸਾਰੇ ਜਾਣਦੇ ਹਾਂ ਅਮਰੀਕਾ ਦੇ ਵਿੱਚ ਹਥਿਆਰ ਰੱਖਣੇ ਕੋਈ ਐਡੀ ਵੱਡੀ ਗੱਲ ਨਹੀਂ ਹੈ। ਭਾਰਤ ਦੇ ਵਿੱਚ ਇਹ ਚੀਜ਼ਾਂ ਬੜੀਆਂ ਅਜੀਬ ਲੱਗ ਸਕਦੀਆਂ ਨੇ, ਲੇਕਿਨ ਅਮਰੀਕਾ ਦੇ ਵਿੱਚ ਵੈਪਨਸ ਰੱਖਣਾ, ਆਟੋਮੈਟਿਕ ਵੈਪਨਸ ਰੱਖਣਾ, ਰਾਈਫਲਾਂ ਨਾਲ ਲੈ ਕੇ ਤੁਰਨਾ, ਇਹ ਚੀਜ਼ਾਂ ਕਾਫੀ ਕਾਮਨ ਪਲੇਸ ਹੈਗੀਆਂ ਨੇ। ਤੇ ਇਸ ਤਰੀਕੇ ਦੇ ਅਪਰਾਧਿਕ ਪ੍ਰਵਿਰਤੀ ਦੇ ਲੋਕ, ਤੇ ਖਾਸ ਕਰਕੇ ਪੰਜਾਬ ਤੋਂ, ਭਾਰਤ ਤੋਂ ਕੋਈ ਗੈਂਗਸਟਰ ਜਿਨ੍ਹਾਂ ਦੀ ਫਿਤਰਤ ਦੇ ਵਿੱਚ ਹੀ ਅਪਰਾਧ ਕਰਨਾ ਹੈ, ਉਹ ਲੋਕ ਤਾਂ ਇਸ ਤਰੀਕੇ ਦੇ ਹਥਿਆਰ ਨਾਲ ਹੀ ਲੈ ਕੇ ਤੁਰਦੇ ਨੇ। ਸੋ ਚੰਗੀ ਗੱਲ ਇਹ ਸੀ ਕਿ ਕੋਈ ਵੀ ਅਜਿਹੀ ਅਨਟੂਵਰਡ ਇਨਸੀਡੈਂਟ ਨਹੀਂ ਹੋਇਆ, ਕੋਈ ਗੋਲੀਬਾਰੀ, ਕੋਈ ਸ਼ੂਟ ਆਊਟ ਦਾ ਇਨਸੀਡੈਂਟ ਨਹੀਂ ਹੋਇਆ ਜੋ ਕਿ ਉਸ ਮੌਕੇ ਦੇ ਉੱਤੇ ਜ਼ਿਆਦਾ ਨੁਕਸਾਨ ਕਰ ਸਕਦਾ ਸੀ। ਬੀਤੇ ਸਾਲ ਸਟਰ ਕਾਉਂਟੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਪੁਲਿਸ ਡਿਪਾਰਟਮੈਂਟ, ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਜਾਂ ਫਿਰ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਚਲਾਏ ਗਏ ਆਪਰੇਸ਼ਨ ਬ੍ਰੋਕਨ ਸੋਰਡ ਤੋਂ ਬਾਅਦ ਜਿਹੜੀ ਹਿੰਸਕ ਤੇ ਹਥਿਆਰਬੰਦ ਝੜਪਾਂ ਗਰੁੱਪਾਂ ਦੇ ਵਿੱਚ ਹੋਇਆ ਕਰਦੀਆਂ ਸਨ, ਮਿੰਟਾਂ ਤੇ AK-47, ਉਹ ਹੁਣ ਖਤਮ ਹੋ ਚੁੱਕੀਆਂ ਨੇ। ਉਹਨਾਂ ਦੇ ਉੱਤੇ ਫਿਲਹਾਲ ਨੱਥ ਪਾਈ ਜਾ ਚੁੱਕੀ ਹੈ। ਹਾਲਾਂਕਿ ਪਿਛਲੇ ਸਾਲ ਨਗਰ ਕੀਰਤਨ ਮੌਕੇ ਝੜਪ ਹੋਈ ਸੀ, ਲੇਕਿਨ ਉਸ ਨੂੰ ਇਹਨਾਂ ਗੁੱਟਾਂ ਦੀ ਕਲੈਸ਼ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਲੇਕਿਨ ਇਹ ਜਿਹੜੀ ਝੜਪ ਹੋਈ ਹੈ, ਬੇਸ਼ੱਕ ਇੱਕ ਮਾਮੂਲੀ ਤੇ ਸਧਾਰਨ ਜੀ ਲੜਾਈ ਨਜ਼ਰ ਆ ਰਹੀ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਪਵਿੱਤਰ ਨੂੰ ਇੱਥੇ ਟਾਰਗੇਟ ਕੀਤਾ ਗਿਆ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਕੋਈ ਨਾ ਕੋਈ ਰਿਟੈਲੀਏਟਰੀ ਰਿਸਪੌਂਸ ਹੋਏਗਾ। ਤੇ ਉਹ ਰਿਟੈਲੀਏਟਰੀ ਰਿਸਪੌਂਸ ਇੱਕ ਹਥਿਆਰਬੰਦ ਹਮਲਾ ਜਾਂ ਹਥਿਆਰਬੰਦ ਲੜਾਈ ਝਗੜਾ ਨਾ ਹੋਵੇ, ਇਸ ਚੀਜ਼ ਦੀ ਆਸ ਤੇ ਅਰਦਾਸ ਸਾਰੇ ਕਰਦੇ ਪਏ ਹੈਗੇ ਨੇ। ਇੱਥੇ ਮੈਂ ਜਾਂਦੇ ਇਸ ਰਿਪੋਰਟ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਦੱਸਦਾ ਕਿ ਜਿੱਥੇ ਪਵਿੱਤਰ ਅਤੇ ਹੁਸਨਦੀਪ ਵਰਗੇ ਵਾਂਟਡ ਕ੍ਰਿਮੀਨਲਸ ਦੀ ਆਮਦ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਬਦਸਤੂਰ ਜਾਰੀ ਹੈ। ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ, ਟੋਕਣ ਵਾਲਾ ਕੋਈ ਨਹੀਂ। ਐਡੀ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਨੇ, ਲੇਕਿਨ ਅਮਰੀਕਨ ਅਥਾਰਟੀਜ਼ ਨੂੰ ਹਜੇ ਵੀ ਇਸ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਸ਼ਾਇਦ ਨਹੀਂ ਹੋਇਆ ਹੈ। ਕੈਨੇਡਾ ਆਪਣੇ ਕਾਊਂਟਰਪਾਰਟ ਮੁਲਕ ਤੋਂ ਪੁੱਛ ਲਿਆ ਜਾਵੇ, ਅੱਜ ਜੋ ਬਰੈਂਪਟਨ ਦੇ ਵਿੱਚ, ਸਰੀ ਤੇ ਐਡਮੰਟਨ ਦੇ ਵਿੱਚ ਹੋ ਰਿਹਾ ਹੈ, ਸ਼ਾਇਦ ਅਮਰੀਕਨ ਅਥਾਰਟੀਜ਼ ਨੂੰ ਉਹਨਾਂ ਤੋਂ ਕੁਝ ਸਬਕ ਮਿਲ ਜਾਏ ਕਿ ਇਹਨਾਂ ਕ੍ਰਿਮੀਨਲਸ ਨੂੰ ਹਾਰਬਰ ਕਰਨ ਦੇ ਕਿੱਡੇ ਗੰਭੀਰ ਸਿੱਟੇ ਹੋ ਸਕਦੇ ਨੇ। ਲੇਕਿਨ ਇਸ ਆਮਦ ਕ੍ਰਿਮੀਨਲਸ ਦੀ, ਹਿਸਟਰੀ ਸ਼ੀਟਰਸ ਦੀ ਜਿਹੜੀ ਆਉਣ ਦਾ ਸਿਲਸਿਲਾ ਤੇ ਰਿਫਿਊਜੀ ਸਟੇਟਸ ਲੈਣ ਦਾ ਸਿਲਸਿਲਾ ਜਾਰੀ ਹੈ, ਉਸ ਸਿਲਸਿਲੇ ਦੇ ਵਿੱਚ ਇੱਕ ਨਵੀਂ ਐਂਟਰੀ ਹੋਈ ਹੈ। ਇੱਕ ਤਸਵੀਰ ਮੈਂ ਤੁਹਾਡੇ ਨਾਲ ਜਾਂਦੇ ਸ਼ੇਅਰ ਕਰਦਾ ਪਿਆ ਹਾਂ। ਇਹ ਤਸਵੀਰ ਹੈ ਲਖਬੀਰ ਸਿੰਘ ਸੰਧੂ, ਯਾਨੀ ਕਿ ਲੰਡੇ ਹਰੀਕੇ ਦੇ ਖਾਸਮ ਖਾਸ,
ਉਸ ਦੇ ਗੈਂਗ ਦੇ ਇੱਕ ਮੈਂਬਰ ਜਿਸਦਾ ਆਪਣਾ ਗੈਂਗ ਵੀ ਚੱਲਦਾ ਹੈ, ਗੁਰਦੇਵ ਜੱਸਲ ਦੀ, ਆਪਾਂ ਗੁਰਦੇਵ ਜੱਸਲ ਦਾ ਜ਼ਿਕਰ ਕੀਤਾ ਸੀ। ਤਰਨਤਾਰਨ ਦੇ ਵਿੱਚ ਸਰਹਾਲੀ ਪੁਲਿਸ ਚੌਕੀ ਉੱਤੇ ਜਿਹੜਾ ਰਾਕਟ ਲਾਂਚਰ ਹਮਲਾ ਕਰਾਇਆ ਜਾਂਦਾ ਹੈ ਉਹ ਗੁਰਦੇਵ ਜੱਸਲ ਵੱਲੋਂ ਕਰਾਇਆ ਜਾਂਦਾ ਹੈ। ਉਹੀ ਗੁਰਦੇਵ ਜੱਸਲ ਜਿਸ ਨੂੰ ਕਿ ਭਾਰਤੀ ਜਾਂਚ ਏਜੰਸੀਆਂ NIA ਇਸ ਵਕਤ ਯੂਰਪ ਦੇ ਵਿੱਚ ਮੰਨਦੀਆਂ ਨੇ। ਮੇਰੇ ਕੋਲ ਜਿਹੜੀ ਤਸਵੀਰ ਆਈ ਹੈ ਗੁਰਦੇਵ ਜੱਸਲ ਦੀ, ਇਸ ਵਕਤ ਦੀ ਲੋਕੇਸ਼ਨ ਅਮਰੀਕਾ ਹੈ, ਯਾਨੀ ਕਿ ਕੈਲੀਫੋਰਨੀਆ ਦੀ ਇਸੇ ਬੇ ਏਰੀਆ ਦੇ ਵਿੱਚ ਗੁਰਦੇਵ ਜੱਸਲ ਪਹੁੰਚ ਚੁੱਕਾ ਹੈ। ਪਵਿੱਤਰ ਅਤੇ ਹੁਸਨਦੀਪ ਦੇ ਨਾਲ ਗੁਰਦੇਵ ਜੱਸਲ ਦੀ ਇਹ ਤਸਵੀਰ ਸਾਬਤ ਕਰਦੀ ਹੈ ਕਿ ਇਸ ਵਕਤ ਲੰਡੇ ਹਰੀਕੇ ਦੇ ਗਰੁੱਪ ਦੀ ਵੀ ਅਮਰੀਕਾ ਦੇ ਵਿੱਚ ਐਂਟਰੀ ਹੋ ਚੁੱਕੀ ਹੈ। ਐਂਟਰੀ ਤਾਂ ਸ਼ਾਇਦ ਪਹਿਲਾਂ ਤੋਂ ਹੀ ਹੋ ਚੁੱਕੀ ਹੋਏ, ਲੇਕਿਨ ਗੁਰਦੇਵ ਜੱਸਲ ਦਾ ਇਹ ਪਹਿਲਾ ਅਜਿਹਾ ਡਾਕੂਮੈਂਟ ਸਾਹਮਣੇ ਆਇਆ ਹੈ, ਤਸਵੀਰ ਸਾਹਮਣੇ ਆਈ ਹੈ ਤੇ ਇਹ ਤਸਵੀਰ ਅਮਰੀਕਾ ਦੀ ਹੈ। ਸੋ ਜਾਂਚ ਏਜੰਸੀਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਗੁਰਦੇਵ ਜੱਸਲ ਅਮਰੀਕਾ ਦੇ ਵਿੱਚ ਪਹੁੰਚ ਚੁੱਕਾ ਹੈ। ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਦਲੇਰ ਕੋਟੀਆ, ਪਵਿੱਤਰ, ਹੁਸਨਦੀਪ, ਗੁਰਦੇਵ ਜੱਸਲ, ਸੋਨੂ ਖੱਤਰੀ, ਨੇਮ ਐਨੀਬੋਡੀ ਐਂਡ ਦੇ ਆਰ ਇਨ ਕੈਲੀਫੋਰਨੀਆ। ਸੋ ਕੈਲੀਫੋਰਨੀਆ ਦਾ ਰੱਬ ਹੀ ਰਾਖਾ ਹੈ, ਲੇਕਿਨ ਅਸੀਂ ਆਸ ਤੇ ਅਰਦਾਸ ਇਹ ਕਰਦੇ ਹਾਂ ਕਿ ਧਾਰਮਿਕ ਸਮਾਗਮਾਂ ਤੇ ਇਸ ਤਰੀਕੇ ਦੇ ਪਬਲਿਕ ਇਵੈਂਟਸ ਮੌਕੇ ਕੋਈ ਅਜਿਹੀ ਹਿੰਸਾ ਨਾ ਹੋਵੇ ਜਿਸ ਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ, ਸਮਾਗਮਾਂ ਦੇ ਵਿੱਚ ਖਲਲ ਪਵੇ। ਹਾਲਾਂਕਿ ਮੈਂ ਖਾਲਿਸਤਾਨ ਦੀ ਮੂਵਮੈਂਟ ਤੇ ਖਾਲਿਸਤਾਨ ਦੇ ਕੌਜ਼ ਦੇ ਨਾਲ ਬਿਲਕੁਲ ਇਤਫਾਕ ਨਹੀਂ ਰੱਖਦਾ, ਰਾਦਰ ਆਈ ਡਿਸਐਗਰੀ, ਬਟ ਇਸ ਤਰੀਕੇ ਦੇ ਸਮਾਗਮਾਂ ਦੌਰਾਨ ਜੇ ਝੜਪਾਂ ਹੋਣਗੀਆਂ ਤੇ ਜੇ ਉਹ ਹਥਿਆਰਬੰਦ ਸੰਘਰਸ਼ ਦੇ ਵਿੱਚ ਤਬਦੀਲ ਹੋਣਗੀਆਂ ਤਾਂ ਉਹ ਕਮਿਊਨਿਟੀ ਲਈ, ਉੱਥੋਂ ਦੇ ਸਮਾਜ ਲਈ, ਲੋਕਾਂ ਲਈ ਚੰਗੀ ਗੱਲ ਨਹੀਂ ਹੈ। ਸੋ ਇਸ ਰਿਪੋਰਟ ਨੂੰ ਇੱਥੇ ਵਾਈਂਡ ਅਪ ਕਰਾਂਗਾ। ਤੁਹਾਡੇ ਕੋਲ ਇਸ ਬਾਰੇ ਕੁਝ ਕਹਿਣ ਨੂੰ ਹੈ, ਤੁਹਾਡੇ ਕੋਲ ਕੋਈ ਸੂਚਨਾ ਹੈ, ਕੋਈ ਇਨਫੋਰਮੇਸ਼ਨ ਹੈ, ਕੋਈ ਅਜਿਹੀ ਇਨਪੁਟ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਪਲੀਜ਼ ਕਰੋ। ਤੇ ਕੋਈ ਟਿੱਪਣੀ, ਕਮੈਂਟ, ਆਬਜ਼ਰਵੇਸ਼ਨ ਹੋਣ ਤਾਂ ਉਹਨਾਂ ਨੂੰ ਵੀ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸਾਂਝੇ ਕਰੋ। ਬਹੁਤ ਬਹੁਤ ਧੰਨਵਾਦ ਅੱਜ ਇਸ ਰਿਪੋਰਟ ਨੂੰ ਵੇਖਣ ਲਈ। ਇੱਕ ਹੋਰ ਰਿਪੋਰਟ ਲੈ ਕੇ ਫਿਰ ਹੁੰਦੀ ਹੈ ਮੁਲਾਕਾਤ।